ये बिका हुआ भांड मीडिया का है, ये खालिस्तानी है, ये आतंकवादी है। ये हक मांगना खालिस्तान है तो आज केरल तक लेके कश्मीर तक, राजस्थान तक लेके नागालैंड तक सारा किसान अपना हक के लिए दिल्ली मारा है। ये हक मांगना खालिस्तानी है तो मैं कहता हूँ मैं खालिस्तानी हूँ। अमित शाह ਜਿਹੜੇ ਉਹਨਾਂ ਦਾ ਬਿਆਨ ਆਇਆ ਵੀ ਜਿਹੜੇ ਸਾਡੇ ਬਜ਼ੁਰਗ ਆ, ਬੱਚੇ ਆ ਤੇ ਇੱਥੇ ਸਾਡੀਆਂ ਬੀਬੀਆਂ, ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਵੇ। ਦੇਖੋ ਇਹ ਗੱਲ ਅਸੀਂ ਸਮਝ ਲਈਏ ਵੀ ਸਰਕਾਰ ਨੇ ਜਿਹੜੇ ਬਿਆਨ ਦੇਣੇ ਆ ਉਹ ਤਾਂ ਸਾਡਾ ਦੁਸ਼ਮਣ ਆ ਨਾ, ਤੇ ਦੁਸ਼ਮਣ ਨੇ ਕਦੇ ਵੀ ਸਾਡੇ ਹੱਕ 'ਚ ਬਿਆਨ ਨਹੀਂ ਦੇਣੇ। ਅਸੀਂ ਉਲਟਾ ਸਾਡੇ ਹੋਰ ਜਿਹੜੇ ਬੀਬੀਆਂ, ਬੱਚੇ ਆ ਜਾਂ ਸਾਡੇ ਜਿਹੜੇ ਬਜ਼ੁਰਗ ਆ ਉਹਨਾਂ ਨੂੰ ਕਹੀਏ ਤੁਹਾਡੀ ਲੋੜ ਆ ਤੇ ਵਾਕਿਆ ਹੀ ਸਾਨੂੰ ਲੋੜ ਆ, ਇੱਥੇ ਹੋਰ ਬੁਲਾਈਏ। ਸਰਕਾਰ ਇੱਕ ਬਹੁਤ ਜਿਹੜੇ ਔਖੇ ਮੋੜ ਤੇ ਆ ਕੇ ਫਸ ਗਈ ਆ ਉਹ ਇਸ ਕਰਕੇ ਕਿਉਂਕਿ ਇੱਕ ਤਾਂ ਉਹਨਾਂ ਦੀ ਪੋਲੀਟੀਕਲ ਆਈਡੀਓਲੋਜੀ ਆ ਜਿਹੜੀ ਉਹਦੇ ਖਿਲਾਫ ਗੱਲ ਹੋ ਰਹੀ ਆ, ਤੇ ਫਿਰ ਉਹਨਾਂ ਦੀ ਇਕਨੋਮਿਕਲ ਜਿਹੜਾ ਸਟੈਂਡ ਆ ਜਾਂ ਇਕਨੋਮੀ ਨੂੰ ਲੈ ਕੇ ਜਿਹੜਾ ਸਟੈਂਡ ਆ ਜਾਂ ਆਈਡੀਓਲੋਜੀ ਆ ਉਹਦੇ ਖਿਲਾਫ ਗੱਲ ਹੋ ਰਹੀ ਆ। ਅਗਲੀ ਗੱਲ ਖੇਤੀਬਾੜੀ ਮੰਤਰੀ ਦਾ ਬਿਆਨ ਆਉਂਦਾ ਜਾਂ ਉਹ ਕਿਸਾਨ ਜਥੇਬੰਦੀਆਂ ਨੂੰ ਉਸ ਮੀਟਿੰਗ 'ਚ ਇਹ ਗੱਲ ਕਹਿੰਦੇ ਆ ਵੀ ਫਿਰ ਤਾਂ ਜੇ ਮੈਂ ਇਹਨਾਂ ਬਿੱਲਾਂ ਨੂੰ ਵਾਪਸ ਲੈ ਲਿਆ ਤਾਂ ਮੇਰੇ ਖਿਲਾਫ ਅਬਾਨੀ ਤੇ ਅੰਦਾਨੀ ਇਹ ਧਰਨੇ ਲਾ ਦੇਣਗੇ। ये तो वाटर कैनन छोड़ा है, के आंसू गैस के गोले छोड़ा है, या किसान कौम वो है दिसंबर का जमा ठंडा महीना हो, बारिश होती हो, रात में 12 बजे पानी की बारी हो, हम वह बारी कौन छोड़ते, -13 डिग्री टेम्परेचर हुआ है। हर शर्म आनी चाहिए साड़ा खटरना है। 6 महीना पहला तो हमारे किसाना ताए कहा था बोले रे कोरोना कारण सामान खत्म हो गया, मन्ना किलो दाने दे दो, किसाना का पाराम पड़ के इतना किलो दाने काटे। और जब उसके फुंफे आए, जब उस पर आंसू गैस के गोले छुटवावा है, उस पर वाटर कैनन गिरवावा है। भाई आर पार की लड़ाई है, हमने सीधा किया था 70 साल में हमने ना छेड़ो, हमारे दुख आया, हमने टेलीविजन में जद किया गया ये बिका हुआ भांड मीडिया का है, ये खालिस्तानी है, ये आतंकवादी है। ये हक मांगना खालिस्तान है तो आज केरल तक लेके कश्मीर तक, राजस्थान तक लेके नागालैंड तक सारा किसान अपना हक के लिए दिल्ली मारा है। ये हक मांगना खालिस्तानी है तो मैं कहता हूँ मैं खालिस्तानी हूँ। इनकलाब जिंदाबाद, इनकलाब जिंदाबाद, जय जवान जय किसान, जय जवान जय किसान। दूसरे ये नीच आदमी का है कब ये कांग्रेस का, अरे कांग्रेस के पीछे जो 40 किलोमीटर का जाम अड़ा लग रहा है, मैं अभी कुंडली तो आया हूँ, 40 किलोमीटर का जाम अड़ा लग रहा है। जो उनका दौरा इतने बंदे होते तो तन्नाड़ा कौन बैठन देता। तो भाई मोदी तो सीधी बात है, पत्रकार साथियों ने पूछा भाई जो ये ना मान्य हम इनके कदम मनाना आ रहे हैं, जब बराती दावा है ना पूरी एकड़ में जावा है, बराती दावा बहू भी लेके आवा है, हर दायजा भी लेके आवा है, सुमटनी भी लेके आवा है, या मोदी तेरे बटेुआ की बारात है कहता मान जा। ਸਤਿ ਸ਼੍ਰੀ ਅਕਾਲ ਜੀ। ਅਸੀਂ ਸੰਘਰਸ਼ 'ਚ ਕਿਤੇ ਜਪਜੀ ਸਾਹਿਬ ਦਾ ਪਾਠ ਹੁੰਦਾ, ਕਿਤੇ ਨਮਾਜ਼ ਪੜ੍ਹੀ ਜਾਂਦੀ ਆ, ਤੇ ਕਿਸੇ ਸਾਈਡ ਸਾਡੇ ਮੈਨੂੰ ਲੱਗਦਾ ਜਿਹੜਾ ਹਨੂਮਾਨ ਚਾਲੀਸਾ ਪੜ੍ਹੀ ਜਾਂਦੀ ਆ। ਸੋ ਦੇਖੋ ਇਹ ਜਿਹੜਾ ਵਰਤਾਰਾ ਵਾਪਰ ਰਿਹਾ ਇੱਕ ਬਾ ਕਮਾਲ ਆ, ਇਦੋਂ ਸੋਹਣਾ ਜਾਂ ਇਦੋਂ ਪਵਿੱਤਰ ਵਰਤਾਰਾ परमात्मा ने साजिया ही नहीं होना। सो ये धरती नूं भाग लग गए भी सवेर तो लैके शाम तक इत्थे अरदासां भी हुंदियां ते इत्थे संघर्ष वाले जिहड़े साडे योधे आ ओह आपदियां रणनीति भी घड़दे आ। सो बड़ी कमाल दी गल हो रही है। पर अगली गल आपां इह करनी सी, इधर नूं आ जी, इत्थे आ जी। अगली गल आपां इह करनी सी, माड़ा जिहा कोले आ जाओ। तां गल अगली गल आपां इह करनी सी भी कल अमित शाह ਜਿਹੜੇ ਉਹਨਾਂ ਦਾ ਬਿਆਨ ਆਇਆ ਵੀ ਜਿਹੜੇ ਸਾਡੇ ਬਜ਼ੁਰਗ ਆ, ਬੱਚੇ ਆ ਤੇ ਇੱਥੇ ਸਾਡੀਆਂ ਬੀਬੀਆਂ, ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਵੇ। ਦੇਖੋ ਇਹ ਗੱਲ ਅਸੀਂ ਸਮਝ ਲਈਏ ਵੀ ਸਰਕਾਰ ਨੇ ਜਿਹੜੇ ਬਿਆਨ ਦੇਣੇ ਆ ਉਹ ਤਾਂ ਸਾਡਾ ਦੁਸ਼ਮਣ ਆ ਨਾ, ਤੇ ਦੁਸ਼ਮਣ ਨੇ ਕਦੇ ਵੀ ਸਾਡੇ ਹੱਕ 'ਚ ਬਿਆਨ ਨਹੀਂ ਦੇਣੇ। ਅਸੀਂ ਉਲਟਾ ਸਾਡੇ ਹੋਰ ਜਿਹੜੇ ਬੀਬੀਆਂ, ਬੱਚੇ ਆ ਜਾਂ ਸਾਡੇ ਜਿਹੜੇ ਬਜ਼ੁਰਗ ਆ ਉਹਨਾਂ ਨੂੰ ਕਹੀਏ ਤੁਹਾਡੀ ਲੋੜ ਆ ਤੇ ਵਾਕਿਆ ਹੀ ਸਾਨੂੰ ਲੋੜ ਆ, ਇੱਥੇ ਹੋਰ ਬੁਲਾਈਏ। ਇਸ ਕਰਕੇ ਇੱਕ ਅਸੀਂ ਅਗਲੀ ਕਾਲ ਇਹ ਵੀ ਲੈਤੀ ਆ ਵੀ ਸ਼ੰਭੂ ਮੋਰਚੇ ਤੇ ਜਿਹੜੀ ਸਾਡੀ ਟੀਮ ਬੈਠੀ ਆ ਜਾਂ ਆਪਣਾ ਮੋਰਚਾ ਉਹਦੀ ਪੂਰੀ ਸ਼ਮੂਲੀਅਤ ਇੱਥੇ ਦੇ ਦਈਏ। ਹੁਣ ਕਿਸਾਨ ਜਥੇਬੰਦੀਆਂ ਦੇ ਆਗੂ ਸੱਚ ਤੇ ਪਹਿਰਾ ਦੇ ਰਹੇ ਆ, ਲੋਕਾਂ ਦੇ ਜਜ਼ਬਾਤਾਂ ਦੀ ਤਰਜਮਾਨੀ ਕਰ ਰਹੇ ਆ, ਤੇ ਜਦੋਂ ਤੱਕ ਲੋਕਾਂ ਦੇ ਜਜ਼ਬਾਤਾਂ ਦੀ ਤਰਜਮਾਨੀ ਉਹ ਕਰਦੇ ਰਹਿਣਗੇ ਉਦੋਂ ਤੱਕ ਆਪਾਂ ਨਾਲ
ਨਾਲ ਉਹਨਾਂ ਨੂੰ ਸਪੋਰਟ ਦੇਵਾਂਗੇ। ਤੇ ਸਾਡੇ ਸ਼ੰਭੂ ਮੋਰਚੇ ਵਾਲੇ ਸਾਰੇ ਬਾਈ ਉਹ ਵੀ ਇੱਥੇ ਆ ਜਾਣ, ਇੱਥੇ ਜ਼ਰੂਰਤ ਆ। ਆਪਾਂ ਇਹ ਪੱਕੇ ਮੋਰਚੇ ਇੱਥੇ ਗੱਡਤੇ ਆ ਤੇ ਅਸੀਂ ਇਸ ਲੜਾਈ 'ਚ ਜਿਵੇਂ ਕਿਸਾਨ ਜਥੇਬੰਦੀਆਂ ਹੁਣ ਕਹਿਣਗੀਆਂ ਉਸ ਹਿਸਾਬ ਨਾਲ ਚੱਲ ਰਹੇ ਆ। ਜਦੋਂ ਤੱਕ ਉਹਨਾਂ ਨੇ ਲੋਕਾਂ ਦੇ ਜਜ਼ਬਾਤਾਂ ਦੀ ਤਰਜਮਾਨੀ ਕੀਤੀ, ਜਦੋਂ ਤੱਕ ਉਹਨਾਂ ਨੇ ਸੱਚ ਤੇ ਪਹਿਰਾ ਦਿੱਤਾ, ਜੇ ਕਿਤੇ ਉਹ ਖੁੰਝੇ ਫਿਰ ਆਪਾਂ ਆਪਦੀ ਕਾਲ ਲੈ ਲਾਂਗੇ। ਇਸ ਨਾਲ ਇੱਕ ਗੱਲ ਤਾਂ ਇਹ ਹੋ ਜੂ ਵੀ ਪੰਜਾਬ ਪੁਲਿਸ ਬੜਾ ਪਿਛਲੇ ਦਿਨਾਂ ਤੋਂ ਤਾਂ ਕਹਿੰਦੇ ਆ ਵੀ ਕੋਈ ਨਹੀਂ, ਅਸੀਂ ਕੁੰਡਲੀ ਬਾਰਡਰ ਆ ਰਹੇ ਆ ਸਾਰੇ ਇੱਕ ਵਾਰੀ, ਕਿਉਂਕਿ ਇੱਥੇ ਸਾਨੂੰ ਕਨਸੈਂਟਰੇਟ ਕਰਨਾ। ਇਹ ਲੜਾਈ ਇੱਕ ਵਾਟਰਲੂ ਬਣ ਚੁੱਕੀ ਆ, ਸੋ ਬੜੀ ਨਿਰਣਾਇਕ ਮੋੜ ਤੇ ਆ ਤੇ ਇੱਥੇ ਸਾਨੂੰ ਕਨਸੈਂਟਰੇਟ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ। ਹੁਣ ਦੇਖੋ ਉੱਥੇ ਸਾਡੇ ਆਜੋ ਨਮਾਜ਼ ਪੜ੍ਹੀ ਜਾਂਦੇ ਸੀ, ਇੱਧਰ ਸਾਡੇ ਬਜ਼ੁਰਗ ਅਰਦਾਸ ਕਰੀ ਜਾਂਦੇ ਰਹਿੰਦੇ ਆ, ਜਪਜੀ ਸਾਹਿਬ ਦਾ ਪਾਠ ਹੁੰਦਾ, ਰਹਿਰਾ ਸਾਹਿਬ ਦਾ ਪਾਠ ਹੁੰਦਾ, ਕੀਰਤਨ ਸੋਲਾ ਸਾਹਿਬ ਦਾ ਪਾਠ ਹੁੰਦਾ, ਇੱਥੇ ਨਮਾਜ਼ ਵੀ ਪੜ੍ਹੀ ਜਾਂਦੀ ਆ, ਇੱਥੇ ਬਜਰੰਗ ਬਲੀ ਜਾਂ ਇੱਥੇ ਹਨੂਮਾਨ ਚਾਲੀਸਾ ਵੀ ਕੀਤੀ ਜਾਂਦੀ ਆ। ਸੋ ਇਹ ਜਿਹੜਾ ਆਪਸੀ ਪਿਆਰ ਸਾਂਝੀਵਾਲਤਾ ਤੇ ਅਸੀਂ ਇਕੱਠੇ ਹੋ ਕੇ ਜੋ ਇੱਕ ਜਜ਼ਬਾ ਦਿਖਾ ਰਹੇ ਆ ਬਾਕਮਾਲ। ਸੋ ਮੇਰਾ ਜਿਹੜਾ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਆ ਵੀ ਸਾਡੀ ਟੱਕਰ ਕੱਲੀਆਂ ਸਰਕਾਰਾਂ ਨਾਲ ਨਹੀਂ, ਸਾਡੀ ਟੱਕਰ ਨਿਊ ਵਰਲਡ ਆਰਡਰ ਹੈ। ਇੱਕ ਨਿਊ ਵਰਲਡ ਆਰਡਰ ਜੋ ਕਿ ਕਾਰਪੋਰੇਟ ਸੈਕਟਰ ਦਾ ਦੁਨੀਆ ਕਿਵੇਂ ਚਲਾਉਣੀ ਆ, ਫਾਈਨੈਂਸ ਸੈਕਟਰ ਨੇ ਦੁਨੀਆ ਨੂੰ ਚਲਾਉਣਾ ਕਿਵੇਂ ਆ, ਉਹਨਾਂ ਨਾਲ ਆ, ਸਿੱਧੀ ਟੱਕਰ ਉਹਨਾਂ ਨਾਲ। ਸੋ ਇਸ ਕਰਕੇ ਕੱਲੀ ਟੱਕਰ ਜੇ ਅਸੀਂ ਕਹੀਏ ਮੋਦੀ ਤੇ ਅਮਿਤ ਸ਼ਾਹ ਨਾਲ ਆ ਜਾਂ ਬੀਜੇਪੀ ਜਾਂ ਆਰਐਸਐਸ ਨਾਲ ਆ, ਨਹੀਂ। ਦਿੱਲੀ ਸਰਕਾਰ ਤੋਂ ਗਾਂਹ ਵੀ ਕੁਝ ਗੱਲ ਪਈ ਆ, ਉਹ ਨਿਊ ਵਰਲਡ ਆਰਡਰ ਨਾਲ ਸਾਡੀ ਟੱਕਰ ਆ। ਤੇ ਅਸੀਂ ਇਸ ਲੜਾਈ ਇਹ ਕਿੱਥੇ ਤੱਕ ਪਹੁੰਚਣੀ ਆ ਜਾਂ ਇਹਨੇ ਕਿਹੜਾ ਇਤਿਹਾਸ ਰਚਣਾ, ਇਹ ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖੋਗੇ। ਜਿਹੜੇ ਕਿਆਸਾਈਆਂ ਲਾ ਰਹੇ ਆ ਜਾਂ ਪ੍ਰੈਡਿਕਟ ਕਰ ਰਹੇ ਆ ਨਾ ਇਸ ਗੱਲ ਨੂੰ, ਇਹਦਾ ਅਨਪ੍ਰੈਡਿਕਟੇਬਲ ਵਰਤਾਰਾ ਵਰਤਣਾ ਤੇ ਇਹਨੂੰ ਮਹਾਰਾਜ ਆਪ ਅਗਵਾਹੀ ਕਰ ਰਹੇ ਆ। ਜਿੱਥੇ ਕੋਈ ਪੂਰਨ ਸਾਧੂ ਦਾ ਵਾਸ ਹੁੰਦਾ ਉੱਥੇ ਹੀ ਆ ਕਲਾ ਵਾਪਰਦੀ ਆ। ਸਹੀ ਗੱਲ ਹੈ, ਸਹੀ ਗੱਲ, ਸਹੀ ਗੱਲ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਮੋਦੀ ਸਰਕਾਰ ਦਾ ਕਰੋ ਸਿਆਪਾ। ਹਾਏ 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 ਹਾਏ। ਸੋ ਇਸ ਕਰਕੇ ਹੁਣ ਸਾਡੇ ਜਿਹੜੇ ਸ਼ੰਭੂ ਬਾਰਡਰ ਤੇ ਬੰਦੇ ਬੈਠੇ ਆ ਉਹਨਾਂ ਨੂੰ ਵੀ ਮੈਂ ਕਹਿੰਦਾ ਵੀ ਇੱਥੇ ਆ ਜਾਓ ਬਾਈ, ਤੁਹਾਡੀ ਨਾਲ ਜ਼ਰੂਰਤ ਆ। ਲੜਾਈ ਬੜੀ ਭਖਦੀ ਜਾ ਰਹੀ ਆ, ਡੈਡਲੌਕ ਬੜਾ ਵੱਡਾ ਇੱਕ ਸਟਰੋਂਗ ਬਣਦਾ ਜਾ ਰਿਹਾ ਤੇ ਉਹ ਸੋਚ ਰਹੇ ਆ ਵੀ ਸਾਡੇ ਤੇ ਨਾ ਕੋਈ ਕ੍ਰੈਕ ਡਾਊਨ ਕਰਨ। ਸੋ ਕੋਈ ਗੱਲ ਨਹੀਂ, ਆਪਾਂ ਉਹਦੇ ਨਾਲ ਵੀ ਨਜਿੱਠਾਂਗੇ, ਪਰ ਬੜਾ ਪੀਸਫੁਲੀ ਰਹਿ ਕੇ ਇੱਕ ਪੈਸਿਵ ਰੈਜ਼ਿਸਟੈਂਸ 'ਚ ਰਹਿ ਕੇ ਜਿਵੇਂ ਆਪਾਂ ਅੱਜ ਤੱਕ ਜ਼ਿੰਮੇਵਾਰੀ ਨਾਲ ਇਸ ਸੰਘਰਸ਼ ਨੂੰ ਅੱਗੇ ਵਧਾਉਂਦੇ ਆਏ ਹਾਂ ਉਵੇਂ ਹੀ ਅੱਗੇ ਵਧਾਈਏ। ਸੋ ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਬਾਕੀ ਜੇ ਬਜ਼ੁਰਗਾਂ ਤੋਂ ਕੁਝ ਤੁਸੀਂ ਸਾਰਿਆਂ ਤੋਂ भाई साहब ने बताइए कि शुरू से यानी कि पहले जानते हैं बहुत बड़ा सहयोग है। ਨਹੀਂ ਚਲੋ ਗੱਲ 2 ਮਿੰਟ ਯਾਰ ਬਹੁਤ ਜਲਦੀ ਗੱਲ ਕਹਿਣ ਲੱਗਾ ਇਹ ਬਾਈ ਜੀ ਜੋ ਇਹਨਾਂ ਨੇ ਕਰਿਆ ਇਹ ਸਾਰੇ ਪੰਜਾਬ ਨੇ ਕੀ ਸਾਰੇ ਬਾਰਡਰ ਨੇ ਦੇਖਿਆ ਪਹਿਲੇ ਦਿਨ ਤੋਂ ਉੱਥੇ ਡਟ ਕੇ ਬਾਕੀ ਕਲਾਕਾਰਾਂ ਨੂੰ ਨਾਲ ਲੈ ਕੇ ਇਕੱਠੇ ਲੈ ਕੇ ਉੱਥੇ ਸ਼ੰਭੂ ਬੈਰੀਅਰ ਤੇ ਕਰਿਆ ਸੀ। ਇੱਕ ਮਿੰਟ ਦੀ ਰਿਪੋਰਟ ਲਈ ਆ, ਪਰ ਹੁਣ ਜਦੋਂ ਬਾਰਡਰ ਤੇ ਆ ਗਏ ਸਾਨੂੰ ਲੱਗਿਆ ਵੀ ਸਾਨੂੰ ਬਾਰਡਰ ਤੇ ਆ ਕੇ ਬਾਈ ਦਾ ਸਾਥ ਦੇਣਾ ਚਾਹੀਦਾ। ਅਸੀਂ ਬਾਰਡਰ ਤੇ ਬਾਈ ਦੇ ਨਾਲ ਇੱਥੇ ਖੜੇ ਆ, ਜਦੋਂ ਦੀ ਦੇਰ ਕਹੂਗਾ ਬਾਈ ਇੱਥੇ ਖੜਾਂਗੇ, ਨਾਲ ਖੜਾਂਗੇ, ਡਟ ਕੇ ਨਾਲ ਆ ਜੀ, ਨਾਲ ਬਹੁਤ ਕਰੰਟ ਭਰਿਆ ਇਹਨਾਂ ਨੇ, ਬਹੁਤ ਕਰੰਟ ਭਰਿਆ ਸ਼ੁਰੂ ਦੇ ਵਿੱਚ ਸਾਰਿਆਂ 'ਚ। ਜਦੋਂ ਵੀ ਆ ਮੋਰਚਾ ਜੋ ਆਪਾਂ ਫਤਿਹ ਕਰਨ ਦੇ ਤਕਰੀਬਨ ਕਰੀਬ ਹੀ ਆਪਾਂ ਜਦੋਂ ਦਾ ਇਤਿਹਾਸ ਲਿਖਿਆ ਜਾਊ, ਭਾਈ ਦੀਪ ਸਿੱਧੂ ਹੋਣੀ, ਲੱਕੇ ਸਿਧਾਣੇ ਹੋਣੀ, ਹੋਰ ਵੀ ਮੇਰੇ ਵੀ ਜਿੰਨੇ ਵੀ ਕਲਾਕਾਰ ਵੀਰ ਸੀ, ਮੇਰੇ ਮੰਨਣ ਅਨੁਸਾਰ ਜਾਂ ਸਾਡੇ ਅਨੁਸਾਰ ਵੀ ਘੱਟੋ ਘੱਟ ਇਸ ਸੰਘਰਸ਼ ਨੂੰ 50% ਯੋਗਦਾਨ ਸਾਡੇ ਕਲਾਕਾਰ ਜੰਗ ਬਲਾਡਰ ਜੋੜਨ ਵਾਸਤੇ ਸਹੀ ਗੱਲ ਹੈ, ਜੰਗ ਬਲਾਡਰ ਜੋੜਨ ਦਾ ਬਾਈ ਦਾ ਦੀਦਾ ਸਾਥ ਆ ਨਹੀਂ। ਪਰ ਆਪਾਂ ਇੱਕ ਗੱਲ ਕਰ ਲਈਏ, ਇੱਥੇ ਗੱਲ ਮੇਰੀ ਨਹੀਂ ਹੋ ਰਹੀ, ਇਹ ਤਾਂ ਹੁਣ ਸਾਡੀ ਸਾਂਝੀ ਗੱਲ ਹੈ, ਲੜਾਈ ਵੀ ਸਾਂਝੀ ਆ। ਸੋ ਇਸ ਕਰਕੇ ਇਹ ਲੋਕ ਲਹਿਰ ਆ, ਇਹ ਇਨਕਲਾਬ ਆ, ਇਹ ਰੈਵੋਲੂਸ਼ਨ ਆ। ਵਾਕਈ ਇਹ ਇਹੋ ਜਿਹਾ ਇਨਕਲਾਬ ਆ ਵੀ ਇਹਨੇ ਜੀਓਪੋਲਿਟਿਕਸ ਬਦਲ ਦੇਣੀ ਆ। ਤੇ ਬਹੁਤ ਸਾਰਾ ਪਿਆਰ ਸਤਿਕਾਰ, ਜਿਉਂਦੇ ਵਾਸਤੇ ਰਹੋ, ਖੁਸ਼ ਰਹੋ, ਆਬਾਦ ਰਹੋ। ਲੋਕ ਏਕਤਾ ਜ਼ਿੰਦਾਬਾਦ ਜਿੰਦਾਬਾਦ। ਭਾਈਚਾਰਾ ਜ਼ਿੰਦਾਬਾਦ ਜਿੰਦਾਬਾਦ ਜਿੰਦਾਬਾਦ। ਕਾਰਪੋਰੇਟ ਘਰਾਣੇ ਵਾਲੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਈਵੀਐਮ ਦੀ ਸਰਕਾਰ ਮੁਰਦਾਬਾਦ ਮੁਰਦਾਬਾਦ। ਸਤਿ ਸ਼੍ਰੀ ਅਕਾਲ ਜੀ। ਆਸ ਕਰਦੇ ਹਾਂ ਤੁਸੀਂ ਤੰਦਰੁਸਤ ਠੀਕ ਠਾਕ ਹੋਵੋਗੇ। ਗੱਲ ਬੜੀ ਸੀਰੀਅਸ ਆ ਤੇ ਇਸ ਕਰਕੇ ਕਰ ਰਹੇ ਹਾਂ, ਇਸ ਕਰਕੇ
ਪਹਿਲਾਂ ਵਾਲਾ ਜਿਹੜਾ ਆਪਣਾ ਲਾਈਵ ਸੈਸ਼ਨ ਸੀ ਉਹਨੂੰ ਡਿਲੀਟ ਵੀ ਕੀਤਾ, ਕਿਉਂਕਿ ਸੀਰੀਅਸ ਗੱਲ ਇੱਕ ਸੀਰੀਅਸ ਨੋਟ ਤੇ ਹੋਣੀ ਚਾਹੀਦੀ ਆ। ਸੋ ਗੱਲ ਆਈ ਆ ਵੀ ਪਹਿਲਾਂ ਤਾਂ ਆਪਾਂ ਇੱਕ ਬਿਆਨ ਨੂੰ ਸਮਝੀਏ ਔਰ ਉਹਨਾਂ ਨੂੰ ਡੀਕੋਡਿਫਾਈ ਕਰੀਏ। ਪਹਿਲਾ ਬਿਆਨ ਅਮਿਤ ਸ਼ਾਹ ਦਾ ਆਇਆ, ਉਹਨਾਂ ਨੇ ਕਿਹਾ ਵੀ ਜਿਹੜੇ ਬੱਚੇ ਆ, ਬਜ਼ੁਰਗ ਆ, ਸਾਡੀਆਂ ਬੀਬੀਆਂ, ਉਹਨੂੰ ਕੁੰਡਲੀ ਤੋਂ ਵਾਪਸ ਘਰੇ ਭੇਜ ਦਿੱਤਾ ਜਾਵੇ। ਦੇਖੋ ਸਰਕਾਰ ਚਾਹ ਕੀ ਰਹੀ ਆ ਉਹਨਾਂ ਦੇ ਪਿੱਛੇ। ਹਾਂ ਬਾਪੂ 1 ਮਿੰਟ ਆਏ ਜੀ ਉਹਨਾਂ ਦੇ ਪਿੱਛੇ ਜਿਹੜੀ ਸਾਰੀ ਕਨਸਪੀਰੇਸੀ ਚੱਲ ਰਹੀ ਹੈ, ਉਹਨਾਂ ਦੀ ਦਿਮਾਗ 'ਚ ਜੋ ਘੜ ਰਹੇ ਆ, ਉਹ ਕੀ ਚਾਹ ਰਹੀ ਆ ਉਹ ਤਾਂ ਉਹਨਾਂ ਨੂੰ ਹੀ ਪਤਾ, ਪਰ ਆਪਾਂ ਉਹਨਾਂ ਦੀਆਂ ਬਿਆਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਰਕਾਰ ਇੱਕ ਬਹੁਤ ਜਿਹੜੇ ਔਖੇ ਮੋੜ ਤੇ ਆ ਕੇ ਫਸ ਗਈ ਆ ਉਹ ਇਸ ਕਰਕੇ ਕਿਉਂਕਿ ਇੱਕ ਤਾਂ ਉਹਨਾਂ ਦੀ ਪੋਲੀਟੀਕਲ ਆਈਡੀਓਲੋਜੀ ਆ ਜਿਹੜੀ ਉਹਦੇ ਖਿਲਾਫ ਗੱਲ ਹੋ ਰਹੀ ਆ, ਤੇ ਫਿਰ ਉਹਨਾਂ ਦੀ ਇਕਨੋਮਿਕਲ ਜਿਹੜਾ ਸਟੈਂਡ ਆ ਜਾਂ ਇਕਨੋਮੀ ਨੂੰ ਲੈ ਕੇ ਜਿਹੜਾ ਸਟੈਂਡ ਆ ਜਾਂ ਆਈਡੀਓਲੋਜੀ ਆ ਉਹਦੇ ਖਿਲਾਫ ਗੱਲ ਹੋ ਰਹੀ ਆ। ਅਗਲੀ ਗੱਲ ਖੇਤੀਬਾੜੀ ਮੰਤਰੀ ਦਾ ਬਿਆਨ ਆਉਂਦਾ ਜਾਂ ਉਹ ਕਿਸਾਨ ਜਥੇਬੰਦੀਆਂ ਨੂੰ ਉਸ ਮੀਟਿੰਗ 'ਚ ਇਹ ਗੱਲ ਕਹਿੰਦੇ ਆ ਵੀ ਫਿਰ ਤਾਂ ਜੇ ਮੈਂ ਇਹਨਾਂ ਬਿੱਲਾਂ ਨੂੰ ਵਾਪਸ ਲੈ ਲਿਆ ਤਾਂ ਮੇਰੇ ਖਿਲਾਫ ਅਬਾਨੀ ਤੇ ਅੰਦਾਨੀ ਇਹ ਧਰਨੇ ਲਾ ਦੇਣਗੇ। ਸੋਚੋ ਤੁਸੀਂ ਇਹ ਕਾਰਪੋਰੇਟ ਵਰਲਡ ਦਾ ਕਿੰਨਾ ਜ਼ਿਆਦਾ ਇਹਨਾਂ ਦੀ ਦਖਲ ਅੰਦਾਜ਼ੀ ਆ ਸਰਕਾਰ ਦੇ ਸਾਰੇ ਤਾਣੇ ਬਾਣੇ 'ਚ, ਉਹਨਾਂ ਦੀ ਪੱਤਰ 'ਚ। ਸੋ ਇਸ ਕਰਕੇ ਇਹ ਬਿਆਨਾਂ ਤੋਂ ਸਾਨੂੰ ਬਹੁਤ ਕੁਝ ਸਮਝਣ ਨੂੰ ਮਿਲ ਜਾਂਦਾ ਤੇ ਉਹ ਕਿੱਥੇ ਖੜੇ ਆ, ਚਾਹੁੰਦੇ ਕੀ ਆ ਤੇ ਸਾਡੀ ਲੜਾਈ ਕੀ ਬਣ ਰਹੀ ਆ। ਸਾਡੀ ਲੜਾਈ ਜਿਹੜੀ ਬਣ ਰਹੀ ਆ ਉਹ ਜਿਹੜਾ ਨਿਊ ਵਰਲਡ ਆਰਡਰ ਆ ਉਹਦੇ ਅਗੇਂਸਟ ਬਣ ਰਹੀ ਆ। ਨਿਊ ਵਰਲਡ ਆਰਡਰ ਕੀ ਆ? ਨਿਊ ਵਰਲਡ ਆਰਡਰ ਇੱਕ ਜਿਹੜਾ ਫਾਈਨੈਂਸ ਸੈਕਟਰ ਦਾ ਤੇ ਇੱਕ ਕਾਰਪੋਰੇਟ ਸੈਕਟਰ ਦਾ ਜਿਹੜਾ ਕੈਪੀਟਲਿਜ਼ਮ ਆ, ਪ੍ਰਾਈਵੇਟ ਕੈਪੀਟਲਿਜ਼ਮ ਜਿਹਨੂੰ ਕਹਿ ਸਕਦੇ ਆ, ਉਹਨੂੰ ਪ੍ਰਮੋਟ ਕਰ ਰਿਹਾ। ਸਾਰੀ ਦੁਨੀਆ ਉਹਨੂੰ ਪ੍ਰਮੋਟ ਕਰ ਰਹੀ ਆ। ਇੰਡੀਆ 'ਚ ਵੱਡੀਆਂ ਕੰਪਨੀਆਂ ਦੇ ਜਿਹੜੇ ਇਨਵੈਸਟਮੈਂਟਸ ਆ ਇੰਡੀਅਨ ਇਕਨੋਮੀ 'ਚ, ਉਹ ਚਾਹੇ ਗੂਗਲ ਹੋਵੇ, ਚਾਹੇ ਫੇਸਬੁੱਕ ਵਾਲਾ ਆਪਣਾ ਮਾਰਕ ਜ਼ੁਕਰਬਰਗ ਹੋਵੇ, ਇਹਨਾਂ ਦੀ ਜਾਂ ਹੋਰ ਬੜੀਆਂ ਕੰਪਨੀਆਂ ਹੁਣ ਇਹਨਾਂ ਦੀ ਇਨਵੈਸਟਮੈਂਟ ਆ। ਸੋ ਉਸ ਇਨਵੈਸਟਮੈਂਟ ਨੂੰ ਵੀ ਗਵਰਨਮੈਂਟ ਨੇ ਸਿਕਿਉਰ ਰੱਖਣਾ। ਇਸ ਕਰਕੇ ਤੁਸੀਂ ਦੇਖੋ ਇਹਨੂੰ ਬਾਅਦ 'ਚ ਪੂਰਾ ਮੈਂ ਆਪਣਾ ਜਿਹੜਾ ਨੈਰੇਟਿਵ ਆ ਜਾਂ ਆਪਾਂ ਗਾਂ ਕਿਵੇਂ ਤੁਰਨਾ, ਇਹਨੂੰ ਬਾਅਦ 'ਚ ਆਪਾਂ ਸੰਖੇਪ 'ਚ ਜਾਂ ਵਿਸਥਾਰ 'ਚ ਇਹਨੂੰ ਆਪਾਂ ਡਿਸਕਸ ਕਰਾਂਗੇ। ਪਰ ਇੱਕ ਸੰਖੇਪ 'ਚ ਗੱਲ ਇਹ ਕਹਿਣ ਵਾਲੀ ਆ ਵੀ ਇਸ ਨਿਊ ਵਰਲਡ ਜਿਹੜਾ ਆਰਡਰ ਆ ਜਾਂ ਇੱਕ ਵਹਿਣ ਵਹਿ ਰਿਹਾ ਜਿਹੜਾ ਵਰਲਡ ਦੀ ਇਕਨੋਮੀ ਦਾ ਜਾਂ ਇੱਕ ਉਹਨਾਂ ਦੀ ਫਿਲਾਸਫੀ ਦਾ, ਉਸ ਵਹਿਣ ਦੇ ਖਿਲਾਫ ਪੰਜਾਬ ਖੜਾ ਹੋ ਗਿਆ। ਸੋ ਇਹ ਲੜਾਈ ਪੰਜਾਬ ਲੜ ਰਿਹਾ, ਸਾਰੀ ਦੁਨੀਆ ਦੇ ਖਿਲਾਫ ਲੜ ਰਿਹਾ। ਇੱਥੇ ਕੱਲੀ ਜਿਹੜੀ ਦਿੱਲੀ ਸਰਕਾਰ ਤੱਕ ਅਸੀਂ ਸੀਮਤ ਨਹੀਂ ਰਹੇ ਜਾਂ ਬੀਜੇਪੀ ਜਾਂ ਆਰਐਸਐਸ ਤੱਕ ਸੀਮਤ ਨਹੀਂ ਰਹੇ, ਗੱਲ ਵੱਡੀ ਹੈ। ਐਨੀਵੇਜ਼ ਇਹ ਤੋਂ ਆਪਾਂ ਵਾਪਸ ਆਉਣੇ ਆ। ਹੁਣ ਅਮਿਤ ਸ਼ਾਹ ਉਹਨਾਂ ਨੇ ਬਿਆਨ ਦਿੱਤਾ ਵੀ ਇੱਥੋਂ ਬੀਬੀਆਂ, ਬੱਚੇ, ਬਜ਼ੁਰਗ ਵਾਪਸ ਭੇਜ ਦਿਓ। ਦੇਖੋ ਜੇ ਉਹ ਇਹ ਸੋਚ ਰਹੇ ਆ ਵੀ ਕਰੈਕ ਡਾਊਨ ਕਰਨਾ, ਕਿਉਂਕਿ ਸਾਡੇ ਦੁਸ਼ਮਣ ਨੇ ਤਾਂ ਸਾਡੇ ਖਿਲਾਫ ਹੀ ਬਿਆਨ ਦੇਣਾ ਹੁੰਦਾ। ਸੋ ਸਾਨੂੰ ਚਾਹੀਦਾ ਵੀ ਅਸੀਂ ਇੱਥੇ ਹੋਰ ਆਪਦੇ ਬੰਦੇ, ਜਿਹੜੀ ਸਾਡੀ ਅੱਜ ਦੀ ਸਟਰੈਂਥ ਤਾਂ ਸਾਡੇ ਬੰਦੇ ਹੀ ਆ। ਪਹਿਲੀ ਸਟਰੈਂਥ ਸਾਡੇ ਬੰਦੇ ਆ ਤੇ ਦੂਜੀ ਸਟਰੈਂਥ ਇਹ ਆ ਵੀ ਅਸੀਂ ਆਪਦਾ ਬਿਰਤਾਂਤ ਕੀ ਸਿਰਜਦੇ ਆ, ਨੈਰੇਟਿਵ ਕੀ ਸਿਰਜਦੇ ਆ, ਉਹਦੀ ਐਕਸੈਪਟੇਬਿਲਿਟੀ ਕਿੰਨੀ ਕਾ ਦੁਨੀਆ ਤੇ। ਸੋ ਦੂਜੀ ਸਟਰੈਂਥ ਸਾਡੀ ਉਹ ਆ ਜਿਹੜੀ ਸਾਨੂੰ ਨਾਲ ਉਹ ਵੀ ਜਾਰੀ ਰੱਖਣਾ ਚਾਹੀਦਾ। ਸੋ ਪਹਿਲਾਂ ਤਾਂ ਸਾਡੇ ਬੰਦੇ ਇੱਥੇ ਇਕੱਠੇ ਕਰੀਏ ਆਪਾਂ, ਤੇ ਸ਼ੰਭੂ ਮੋਰਚੇ ਵਾਲੇ, ਸਾਰੇ ਸ਼ੰਭੂ ਮੋਰਚੇ ਵਾਲੇ ਸਾਡੀ ਜਿਹੜੀ ਟੀਮ ਆ, ਸਾਡੇ ਬੰਦੇ ਆ, ਉਹਨਾਂ ਨੂੰ ਵੀ ਮੈਂ ਅਪੀਲ ਕਰਦਾ ਵੀ ਬਾਈ ਜੀ ਸਾਰੇ ਇੱਥੇ ਆ ਜਾਓ। ਆਪਣਾ ਜਿਹੜਾ ਟੈਂਟ ਆ ਉੱਥੇ ਉਹ ਸਾਰਾ ਜਿਹੜਾ ਤਾਣਾ ਬਾਣਾ ਉਹ ਸ਼ਿਫਟ ਕਰ ਰਹੇ ਆ ਤੇ ਉਹਨੂੰ ਸਾਰਾ ਕੁੰਡਲੀ ਬਾਰਡਰ ਤੇ ਲੈ ਕੇ ਆ ਰਹੇ ਆ, ਕਿਉਂਕਿ ਇੱਥੇ ਸਾਡੀ ਜ਼ਿਆਦਾ ਜ਼ਰੂਰਤ ਆ। ਤੇ ਜੇ ਇੱਥੇ ਅਸੀਂ ਨਹੀਂ ਆਏ, ਕੱਲ ਨੂੰ ਉੱਥੇ ਡਿਸਟਰਬ ਹੁੰਨੇ ਆ ਕਿਸੇ ਵੀ ਮੰਨ ਲਓ ਵਰਤਾਰੇ 'ਚ, ਤਾਂ ਸਾਡੇ ਖਿਲਾਫ ਵੀ ਇਹ ਗੱਲ ਕਹਿ ਦਿੱਤੀ ਜਾਊਗੀ ਵੀ ਦੇਖੋ ਇਹ ਡਿਫਲੈਕਟ ਕਰ ਰਹੇ ਆ ਮੂਵਮੈਂਟ। ਸੋ ਇਸ ਵੇਲੇ ਤਾਂ ਸਾਨੂੰ ਇੱਕ ਏਕਾ ਰੱਖਣਾ ਪਊਗਾ, ਇੱਥੇ ਹੀ ਇਕੱਠੇ ਹੋ ਕੇ ਲੜਨਾ ਪਊਗਾ। ਕਿਸਾਨ ਜਥੇਬੰਦੀਆਂ ਅਗਵਾਈ ਹਜੇ ਤੱਕ ਲੋਕਾਂ ਦੇ ਜਿਹੜੇ ਜਜ਼ਬਾਤ ਆ ਉਹਨਾਂ ਦੀ ਤਰਜਮਾਨੀ ਕਰ ਰਹੀਆਂ। ਜਦੋਂ ਤੱਕ ਉਹ ਤਰਜਮਾਨੀ ਕਰਦੀਆਂ ਰਹਿਣਗੀਆਂ ਆਪਾਂ ਵੀ ਨਾਲ ਖੜੇ ਆ। ਜਦੋਂ ਉਹ ਸੱਚ ਤੋਂ ਪਾਸੇ ਹਟੇ, ਸੋ ਉਸ ਵੇਲੇ
ਫਿਰ ਆਪਣੀ ਅਗਲੀ ਕਾਲ ਕੀ ਹੁੰਦੀ ਹੈ ਇਹ ਆਪਾਂ ਇਕੱਠੇ ਬਹਿ ਕੇ ਸਾਰੀ ਸੰਗਤ, ਕਿਉਂਕਿ ਮੋਰਚਾ ਸੰਗਤ ਦਾ ਮੋਰਚਾ ਸੀ, ਉਹ ਲੈ ਲਾਂਗੇ। ਸੋ ਇੱਕ ਤਾਂ ਗੱਲ ਇਹ ਆ। ਅਗਲੀ ਗੱਲ ਜਿਹੜੀ ਆਪਾਂ ਕਰ ਰਹੇ ਹਾਂ ਵਿਚ ਇਜ਼ ਵੈਰੀ ਵੈਰੀ ਇੰਪੋਰਟੈਂਟ, ਇਹਨੂੰ ਆਪਾਂ ਸਮਝ ਲਈਏ ਵੀ ਇਹ ਲੜਾਈ ਇੱਕ ਬਹੁਤ ਹੀ ਸੀਰੀਅਸ ਮੋੜ ਤੇ ਆ ਚੁੱਕੀ ਆ। ਸਿਚੁਏਸ਼ਨ ਬੜੀ ਵੋਲੇਟਾਈਲ ਤੇ ਬੜੀ ਗ੍ਰੇਵ ਸਿਚੁਏਸ਼ਨ ਆ, ਹਨਾ। ਇਹਨੂੰ ਜੇ ਸੋਚਣਾ, ਪਹਿਲਾਂ ਤਾਂ ਬੜੇ ਸਾਨੂੰ ਸਮਝਦਾਰੀ ਨਾਲ ਇਹ ਸਾਰੀ ਸਿਚੁਏਸ਼ਨ ਨੂੰ ਅਸੈਸ ਕਰਨਾ ਪਊਗਾ, ਐਨਾਲਾਈਜ਼ ਕਰਨਾ ਪਊਗਾ, ਫਿਰ ਅਗਲੀ ਰਣਨੀਤੀ ਘੜਨੀ ਪਊਗੀ। ਸੋ ਵਿਦਿਨ ਦਾ ਸਟਰਗਲ ਹੀ ਜੇ ਅਸੀਂ ਗੱਲ ਕਰੀਏ, ਵਿਦਿਨ ਦਾ ਸਟਰਗਲ ਇੱਥੇ ਜਿਹੜੀ ਸਾਰੇ ਸੰਘਰਸ਼ੀ ਧਿਰ ਆ ਉੱਥੇ ਵੀ ਇੱਕ ਬਾਈਨਰੀਜ਼ ਕ੍ਰੀਏਟ ਹੁੰਦੀਆਂ ਜਾ ਰਹੀਆਂ ਤੇ ਉਹਨੂੰ ਵੀ ਐਡਰੈਸ ਕਰਨਾ ਨੈਚੁਰਲ ਪ੍ਰੋਸੈਸ ਆ। ਇਹਦੇ ਚ ਕੋਈ ਕੁਛ ਇਹ ਪ੍ਰੋਸੈਸ ਇਹ ਨਹੀਂ ਵੀ ਕੋਈ ਅਸੀਂ ਜਿਹੜੀ ਗੱਲ ਸੋਚ ਨਹੀਂ ਸਕਦੇ ਉਹ ਵਾਪਰ ਰਹੀ ਆ। ਇੱਥੇ ਬਾਈਨਰੀਜ਼ ਜਿਹੜੀਆਂ ਕ੍ਰੀਏਟ ਹੋਈਆਂ ਉਹ ਵਿਚਾਰਧਾਰਕ ਹੋਣਗੀਆਂ ਕਿਉਂਕਿ ਸੰਘਰਸ਼ ਕਦੀ ਵੀ ਇੱਕ ਵੈਨ 'ਚ ਬਹਿ ਕੇ ਨਹੀਂ ਲੜਿਆ ਜਾਂਦਾ। ਜੇ ਇੱਕ ਵੈਨ 'ਚ ਕਦੇ ਵੀ ਨਹੀਂ ਲੜਿਆ ਗਿਆ, ਡਿਫਰੈਂਟ ਆਈਡੀਓਲੋਜੀਜ਼, ਵਿਚਾਰਧਾਰਾ ਹੁੰਦੀਆਂ, ਸੰਘਰਸ਼ ਮਕਸਦ ਇੱਕੋ ਹੀ ਹੁੰਦਾ। ਸੋ ਪਰ ਉਹ ਸਾਡੀ ਰਣਨੀਤੀ ਕਿਵੇਂ ਘੜੀਏ, ਸਾਡਾ ਜਿਹੜਾ ਸੋਰਸ ਆ ਰਣਨੀਤੀ ਬਣਾਉਣ ਦਾ ਜਾਂ ਸਾਡਾ ਜਿੱਥੋਂ ਸਾਨੂੰ ਇਨਸਪੀਰੇਸ਼ਨ ਮਿਲਦੀ ਆ ਉਹ ਸਾਂਝਾ ਹੈਗਾ ਕਿ ਨਹੀਂ, ਇਹ ਗੱਲਾਂ ਵੀ ਬੜੀਆਂ ਮਾਇਨੇ ਰੱਖਦੀਆਂ। ਸੋ ਤੁਹਾਨੂੰ ਹਜੇ ਗੱਲਾਂ ਇਹ ਜਦੋਂ ਮੈਂ ਸੰਖੇਪ ਚ ਕਰੂੰਗਾ, ਹੋ ਸਕਦਾ ਇੱਕ ਵਾਰ 'ਚ ਇਹ ਗੱਲਾਂ ਨਾ ਪਤਾ ਲੱਗਣ, ਪਰ ਮੇਰਾ ਦੱਸਣ ਦਾ ਮਕਸਦ ਇਹ ਸੀ। ਪਹਿਲਾ ਮਕਸਦ ਆ ਵੀ ਅਸੀਂ ਕਾਰਪੋਰੇਟ ਵਰਲਡ, ਜਿਹੜਾ ਵਰਲਡ ਦਾ ਦੁਨੀਆ ਦਾ ਕਾਰਪੋਰੇਟ ਵਰਲਡ ਆ ਨਾ, ਉਹਦੇ ਖਿਲਾਫ ਲੜਾਈ ਲੜ ਰਹੇ ਹਾਂ, ਸਰਕਾਰਾਂ ਦੇ ਖਿਲਾਫ ਲੜਾਈ ਲੜ ਰਹੇ ਹਾਂ ਤੇ ਕੱਲਾ ਪੰਜਾਬ ਲੜ ਰਿਹਾ। ਠੀਕ ਆ, ਹਰਿਆਣਾ ਸਾਡੇ ਨਾਲ ਆ, ਠੀਕ ਆ, ਬਾਕੀ ਜਿਹੜੇ ਸੂਬੇ ਆ ਸਾਡੇ ਨਾਲ ਆ, ਪਰ ਉਹਨਾਂ ਦਾ ਤੇ ਸਾਡਾ ਫਰਕ ਕੀ ਆ ਇੱਥੇ, ਇਹ ਵੀ ਸਮਝਣ ਵਾਲੀ ਗੱਲ ਆ ਵੀ ਸਾਡਾ ਤੇ ਉਹਨਾਂ ਦਾ ਫਰਕ ਕੀ ਆ। ਔਰ ਇਹ ਗੱਲ ਆਉਣ ਵਾਲੇ ਟਾਈਮ 'ਚ ਆਪਾਂ ਕਰਾਂਗੇ, ਹਾਲਾਂਕਿ ਸਾਰੇ ਇਕੱਠੇ ਹੀ ਆ, ਪਰ ਇਹ ਗੱਲ ਆਪਾਂ ਕਰਾਂਗੇ। ਸੰਘਰਸ਼ 'ਚ ਇਕੱਠੇ ਆ, ਪਰ ਥੋੜਾ ਜਿਹਾ ਫਰਕ ਕਿੱਥੇ ਪੈਂਦਾ ਆ ਕੇ। ਅਗਲੀ ਗੱਲ ਜਿਹੜੀ ਆਪਾਂ ਕਰਨੀ ਸੀ ਵੀ ਪਹਿਲਾਂ ਤਾਂ ਇੱਥੇ ਇਕੱਠੇ ਹੋ ਜਾਈਏ, ਸਾਡੀ ਤਾਕਤ ਹੀ ਇਹ ਆ, ਤਾਂ ਸ਼ੰਭੂ ਮੋਰਚੇ ਵਾਲੇ ਸਾਰੇ ਇੱਥੇ ਆ ਜਾਣ, ਬਾਕੀ ਵੀ ਜਿਹੜੇ ਪੰਜਾਬ 'ਚ ਬੈਠੇ ਆ ਉਹ ਸਾਡੇ ਬਾਈ, ਸਾਡੀਆਂ ਬੀਬੀਆਂ, ਭੈਣਾਂ, ਬੱਚੇ ਵੀ ਇੱਥੇ ਆ ਜਾਣ। ਅਗਲੀ ਗੱਲ, ਅਸੀਂ ਇਹਨਾਂ ਯੋਧਿਆਂ ਨੂੰ, ਇਸ ਜਜ਼ਬੇ ਨੂੰ ਸੰਭਾਲ ਕੇ ਰੱਖਣਾ। ਇੱਕ ਬੰਦਾ ਸਾਡੇ ਲਈ ਕੀਮਤੀ ਆ, ਤਾਂ ਹੁਣ ਲੀਡਰਸ਼ਿਪ ਦੀ ਇਹ ਜ਼ਿੰਮੇਵਾਰੀ ਬਣ ਜਾਂਦੀ ਆ ਵੀ ਇਸ ਜਿਹੜੀ ਸਾਰੀ ਸਾਡੀ ਇੱਕ ਯੋਧਿਆਂ ਦੀ ਫੌਜ ਆ, ਇਸ ਫੌਜ ਨੂੰ ਆਪਾਂ ਕਿਵੇਂ ਅਗਵਾਈ ਦੇਈਏ ਤੇ ਇਹਨਾਂ ਨੂੰ ਕਿਵੇਂ ਸੁਰੱਖਿਅਤ ਵੀ ਰੱਖੀਏ ਤਾਂ ਕਿ ਕੋਈ ਸਾਨੂੰ ਅਣਸੁਖਾਵੀਂ ਗੱਲ ਦਾ ਸਾਹਮਣਾ ਨਾ ਕਰਨਾ ਪਵੇ, ਕਿਉਂਕਿ ਅਸੀਂ ਬਹੁਤ ਲੜਾਈਆਂ ਲੜਨੀਆਂ। ਹਜੇ ਤਾਂ ਸਾਡੀ ਜਿਹੜੀ ਇਹ ਲੜਾਈ ਆ, ਇਹ ਸੰਘਰਸ਼ ਆ, ਅਸੀਂ ਸ਼ੁਰੂ ਕੀਤਾ। ਸੋ ਬਾਕੀ ਗੱਲਾਂ ਆਪਾਂ ਬਾਅਦ ਚ ਕਰਾਂਗੇ। ਥੋੜੇ ਜਿਹੜੇ ਇਹ ਆਪਾਂ ਇਵੋਲਵ ਹੋ ਰਹੇ ਆ, ਇਹ ਬ੍ਰੇਨਸਟਾਰਮ ਕਰਦੇ ਰਹਿੰਦੇ ਆ। ਤੁਸੀਂ ਵੀ ਆਪਦੇ ਸੁਝਾਅ ਭੇਜੋ ਤੇ ਆਪਾਂ ਉਸ ਢੰਗ ਨਾਲ ਇਸ ਸੰਘਰਸ਼ ਨੂੰ ਅੱਗੇ ਵਧਾਈਏ। ਲੜਾਈ ਬੜੀ ਫੈਸਲਾ ਕੋਨਾ ਵਾਟਰਲੂ ਆ, ਹਨਾ। ਇੱਥੋਂ ਬੜਾ ਕੁਝ ਨਿਕਲਣਾ ਤੇ ਫਿਰ ਸਿਜਦਾ ਤਾਂ ਹਮੇਸ਼ਾ ਹੀ ਇਹਨਾਂ ਰੂਹਾਂ ਨੂੰ ਕਰਦੇ ਆ ਜਿਨ੍ਹਾਂ ਨੇ ਸੰਘਰਸ਼ 'ਚ ਅੱਗੇ ਹੋ ਕੇ ਆਪਦੀਆਂ ਜਿਹੜੀਆਂ ਆਪਦਾ ਜਜ਼ਬਾ ਦਿਖਾਇਆ ਤੇ ਆਪਦੀਆਂ ਰੂਹਾਂ ਹੀ ਝੋਕਤੀਆਂ। ਸੋ ਬੜਾ ਬਾਕਮਾਲ ਗੱਲ ਆ, ਬਾਕਮਾਲ ਵਰਤਾਰਾ ਵਾਪਰ ਰਿਹਾ। ਪਰ ਇਹ ਨਾ ਸੋਚੀਏ ਵੀ ਅਸੀਂ ਜਿੱਤੇ ਬੈਠੇ ਆ। ਇਹ ਖਾਲਾ ਜੀ ਦਾ ਵਾੜਾ ਨਹੀਂ ਆ, ਇੰਡੀਅਨ ਸਟੇਟ ਵੀ ਖਾਲਾ ਜੀ ਦਾ ਵਾੜਾ ਨਹੀਂ ਆ। ਸੋ ਪਲੀਜ਼ ਇਹ ਨਾ ਸੋਚੀਏ ਵੀ ਅਸੀਂ ਜਿੱਤੀ ਬੈਠੇ ਆ। ਇਸ ਗੱਲ ਤੇ ਨਾ ਰਹੀਏ ਵੀ ਅਸੀਂ ਤਾਂ ਫਿਰ ਅਸੀਂ ਖਤਾ ਖਾ ਜਾਾਂਗੇ। ਹਜੇ ਕਿੱਥੇ ਗੱਲ ਖੜੀ ਆ, ਇਹ ਹੌਲੀ ਹੌਲੀ ਆਪਾਂ ਪਰਤਾਂ ਖੋਲ ਕੇ ਬ੍ਰੇਨਸਟਾਰਮ ਕਰੀਏ, ਗੱਲ ਨੂੰ ਸਮਝੀਏ, ਕੋਈ ਇਹੋ ਜਿਹਾ ਐਕਸ਼ਨ ਨਾ ਕਰੀਏ, ਇਹੋ ਜਿਹੀ ਕਾਲ ਨਾ ਦਈਏ ਵੀ ਸੰਸਦ ਘੇਰ ਲਓ ਜਾਂ ਅੱਗੇ ਤੁਰ ਪਓ। ਇਹੋ ਜਿਹੀ ਕਾਲ ਨਾ ਦਈਏ, ਹਜੇ ਅਸੀਂ ਅਫੋਰਡ ਨਹੀਂ ਕਰ ਸਕਦੇ। ਅਸੀਂ ਇੰਡੀਅਨ ਸਟੇਟ ਨਾਲ ਮੱਥਾ ਲਾਈ ਬੈਠੇ ਆ ਹਜੇ, ਤੇ ਇੰਡੀਅਨ ਸਟੇਟ ਖਾਲਾ ਜੀ ਦਾ ਵਾੜਾ ਨਹੀਂ ਆ। ਪੰਜਾਬ ਨੇ ਹਜੇ ਤੱਕ ਬਹੁਤ ਸੋਹਣੀ ਅਗਵਾਈ ਕੀਤੀ ਆ ਤੇ ਗਾਂ ਵੀ ਅਸੀਂ ਅਗਵਾਈ ਸੋਹਣੀ ਉਹ ਕਰਨੀ ਆ। ਇਸ ਕਰਕੇ ਜ਼ਿੰਮੇਵਾਰੀ ਨਾਲ ਅਸੀਂ ਜੰਗ 'ਚ ਬੈਠੇ ਆ। ਉਹਦੇ ਕੁਝ ਅਸੂਲ ਹੁੰਦੇ ਆ ਤੇ ਇੱਥੇ ਲਗਾਤਾਰ ਸਿਚੁਏਸ਼ਨ ਬਦਲਦੀ ਆ। ਰਿਐਲਿਟੀ ਆ ਜਿਹੜੀ ਉਹ ਸਟੈਟਿਕ ਨਹੀਂ ਹੁੰਦੀ, ਉਹ ਮੂਵਿੰਗ ਹੁੰਦੀ ਆ ਤੇ ਉਹ ਮਲਟੀ ਡਾਇਮੈਂਸ਼ਨਲ ਹੁੰਦੀ ਆ, ਜਿਹੜੀ ਲਗਾਤਾਰ ਬਦਲਦੀ ਰਹਿੰਦੀ ਆ। ਸੋ ਇੰਨੀਆਂ ਕੁ ਗੱਲਾਂ ਆਪਾਂ ਕਰਨੀਆਂ ਸੀ। ਤੁਹਾਨੂੰ ਟਾਈਮ ਟੂ ਟਾਈਮ ਲਾਈਵ ਹੋ ਕੇ, ਹੁਣ ਵੀ ਅਸੀਂ ਤੰਬੂ 'ਚ ਬੈਠੇ ਆ ਤੇ ਆਪਦੀ ਰਣਨੀਤੀ ਘੜੀ ਜਾਂਦੇ ਆ। ਲਾਈਵ ਹੋ ਕੇ ਗੱਲਾਂ ਬਾਤਾਂ ਆਪਾਂ ਕਰਦੇ ਰਹਾਂਗੇ।
ਬਹੁਤ ਸਾਰਾ ਪਿਆਰ ਤੇ ਸਤਿਕਾਰ। ਜਿਉਂਦੇ ਵਸਦੇ ਰਹੋ। ਸਤਿ ਸ਼੍ਰੀ ਅਕਾਲ ਜੀ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।